ਗੁੱਡ ਮਾਰਨਿੰਗ ਪੰਜਾਬੀਓ, ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ। ਪੰਜਾਬ 'ਚ ਜ਼ਿਮਨੀ ਚੋਣ ਦੇ ਲਈ ਕਾਂਗਰਸ ਪਾਰਟੀ ਵੱਲੋਂ ਸੋਮਵਾਰ ਨੂੰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਅੱਜ ਮੰਗਲਵਾਰ ਨੂੰ ਬਗਾਵਤੀ ਸੁਰ ਵੀ ਉੱਠਣੇ ਸ਼ੁਰੂ ਹੋ ਗਏ ਨੇ। ਇਹ ਆਵਾਜ਼ ਉੱਠੀ ਹੈ ਜਲਾਲਾਬਾਦ ਅਤੇ ਫਗਵਾੜਾ ਤੋਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੀ ਵਿਧਾਨ ਸਭਾ ਦੀ ਚੋਣ ਲੜ ਸਕਦੇ ਨੇ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਉਹਨਾਂ ਚਿਰ ਸਿਆਸਤ ਨੂੰ ਛੱਡਣ ਬਾਰੇ ਨਹੀਂ ਸੋਚ ਸਕਦੇ ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਲੋੜ ਹੈ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਨੇ ਐਲਾਨ ਕੀਤਾ ਸੀ ਕਿ ਇਹ ਚੋਣਾਂ ਉਹਨਾਂ ਦੀ ਆਖਰੀ ਹੋਣਗੀਆਂ ਤੇ ਹੁਣ ਕੈਪਟਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ 10 ਸਾਲਾਂ ਦੇ ਰਾਜ ਅੰਦਰ ਸੂਬੇ ਦੇ ਲੋਕਾਂ ਨੂੰ ਬਹੁਤ ਹੀ ਮਾੜਾ ਸਮਾਂ ਦੇਖਣਾ ਪਿਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਹਾਲਾਤਾਂ 'ਚੋਂ ਬਾਹਰ ਕੱਢਾਂਗਾ ਅਤੇ ਸੂਬੇ ਦੀ ਨੰਬਰ 1 ਸਥਿਤੀ ਨੂੰ ਮੁੜ ਬਹਾਲ ਕਰਾਂਗਾ। ਜ਼ਿਮਨੀ ਚੋਣ ਦੇ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਵੀ ਸ਼ੁਰੂ ਹੋ ਚੁੱਕੀ ਹੈ। ਇੰਡੀਆ ਯੂਥ ਕਾਂਗਰਸ ਦੇ ਨੈਸ਼ਨਲ ਸੈਕਟਰੀ ਜਗਦੀਪ ਕੰਬੋਜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਜਗਦੀਪ ਕੰਬੋਜ ਨੇ ਜਲਾਲਾਬਾਦ ਤੋਂ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਸੀ ਪਰ ਕਾਂਗਰਸ ਨੇ ਜਲਾਲਾਬਾਦ ਤੋਂ ਰਮਿੰਦਰ ਆਵਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ। ਉਧਰ ਫਗਵਾੜਾ 'ਚ ਵੀ IAS ਬਲਵਿੰਦਰ ਸਿੰਘ ਧਾਲੀਵਾਲ ਦਾ ਵੀ ਵਿਰੋਧ ਹੋਇਆ। ਜੋਗਿੰਦਰ ਸਿੰਘ ਮਾਨ ਨੇ ਫਗਵਾੜਾ ਸੀਟ ਤੋਂ ਚੋਣ ਲੜਨ ਦੀ ਇੱਛਾ ਜਤਾਈ ਸੀ ਪਰ ਕਾਂਗਰਸ ਪਾਰਟੀ ਨੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ। IAS ਬਲਵਿੰਦਰ ਸਿੰਘ ਧਾਲੀਵਾਲ ਜਲੰਧਰ 'ਚ ਲੈਂਡ ਰਿਕਾਰਡ ਸੁਸਾਇਟੀ 'ਚ ਬਤੌਰ ਡਾਇਰੈਕਟਰ ਵਜੋਂ ਤੈਨਾਤ ਸਨ ਅਤੇ ਚੋਣ ਲੜਨ ਦੇ ਲਈ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਉਹਨਾਂ ਰਿਜ਼ੈਂਟਮੈਂਟ ਹੈ ਕਿ ਕੋਈ ਡਿਸੀਜਨ ਕਿਸੇ ਕੈਂਡੀਡੇਟ ਨੂੰ ਪੈਰਾਸ਼ੂਟ ਰਾਹੀਂ ਉਤਾਰ ਦੇਣਾ। ਮੈਂ ਸਮਝਦਾ ਕਿ ਅੱਜ ਤੱਕ ਕਾਂਗਰਸ ਵਿੱਚ ਹੋਈ ਐਗਜ਼ਾਮਪਲ ਪਰ ਇਸ ਤਰ੍ਹਾਂ ਐਗਜ਼ਾਮਪਲ ਕਿ ਅੱਜ ਹੀ ਅਸਤੀਫਾ ਦੇ ਧਾਲੀਵਾਲ ਤੇ ਅੱਜ ਹੀ ਉਹਨੂੰ ਕੈਂਡੀਡੇਟ ਅਨਾਉਂਸ ਕਰ ਦੇ। ਮੈਨੂੰ ਨਹੀਂ ਸਮਝ ਲੱਗਦੀ ਕਿ ਕਿੰਨਾ ਸਿਆਣਾ ਫੈਸਲਾ ਜਾਂ ਕਿੰਨਾ ਪਾਰਟੀ ਨਾਲ ਮਜ਼ਬੂਤ ਹੋਏਗੀ। ਮੇਰੀ ਦਿਮਾਗ ਦੀ ਗੱਲ ਤੋਂ ਬਾਹਰ ਹੈਗੀ ਆ। ਮੈਂ ਇਹ ਸਮਝਦਾ ਕਿ ਇਹਦੇ ਨਾਲ ਵਰਕਰਸ ਜੋ ਉਹਨਾਂ ਦੇ ਮਨ ਪਿੱਛੇ ਗਏ ਇੱਦਾਂ ਦੀਆਂ ਵੀ ਮੈਨੂੰ ਅੱਜ ਪ੍ਰੈਸ ਨੇ ਗੱਲ ਪੁੱਛੀ ਭਾਈ ਮਾਨ ਸਾਹਿਬ ਵਰਕਰ ਜਿਹੜੇ ਨਾਰਾਜ਼ ਹੁੰਦੇ ਬਾਅਦ 'ਚ ਮਾਨ ਮੋਹਨ ਜਾਂਦੇ ਨੇ। ਪਰ ਮੈਂ ਇਹ ਗੱਲ ਸਮਝਦਾ ਕਿ ਜੋਗਿੰਦਰ ਸਿੰਘ ਮਾਨ ਦੇ ਨਾਲ ਜਿਹੜੇ ਕੁਝ ਲੋਕ ਨਿੱਜੀ ਵੀ ਜੁੜੇ ਹੋਏ ਨੇ। ਇਹ ਨਹੀਂ ਕਹਿੰਦੇ ਵੀ ਉਹ ਪਾਰਟੀ ਤੌਰ 'ਤੇ ਨਹੀਂ ਜੁੜੇ, ਨਿੱਜੀ ਵੀ ਜੁੜੇ। ਮੇਰੀ ਸ਼ਖਸੀਅਤ ਕਰਕੇ ਚਲੋ ਐਜ ਏ ਗੁਰਸਿੱਖ ਹੋਣ ਦੇ ਗੁਰੂ ਘਰ ਦਾ ਝਾੜੂ ਪ੍ਰਧਾਨ ਹੋਣ ਦੇ ਨਾਤੇ ਵੀ ਮੇਰੇ ਨਾਲ ਕੁਛ ਕਾਫੀ ਲੋਕ ਜੁੜੇ ਹੋਏ ਹੈ। ਪਰਟੀਕੂਲਰਲੀ ਮੈਂ ਐਜ ਏ ਰਿਲੀਜਨ ਪਰਸਨ ਹੋਣ ਦੇ ਨਾਤੇ ਮੇ ਵੀ ਹਿੰਦੂ ਮੇ ਵੀ ਐਨੀ ਅਦਰਸ ਮੁਸਲਮਾਨ ਕਮਿਊਨਿਟੀ ਸਿੱਖ ਕਮਿਊਨਿਟੀ ਜਾਂ ਜਿੰਨੇ ਵੀ ਈਸਾਈ ਕਮਿਊਨਿਟੀਜ਼ ਹੈਗੀਆਂ ਹੁਣ ਤਾਂ ਮੇਰੇ ਨਿੱਜੀ ਰਿਲੇਸ਼ਨਸ ਹੈਗੇ। ਤਾਂ ਮੈਂ ਇਸ ਕਰਕੇ ਸਮਝਦਾ ਸੀ ਕਿ ਉਹਨਾਂ ਸਾਰਿਆਂ ਦੀਆਂ ਫੀਲਿੰਗਸ ਜਿਹੜੀਆਂ ਘੱਟ ਹੋਈਆਂ ਨੇ। ਜੋ ਫੈਸਲਾ ਉਹਨਾਂ ਨੇ ਲਿਆ ਸਾਰਿਆਂ ਦੇ ਹੁਣ ਸਾਹਮਣੇ ਆ ਗਿਆ। ਸਾਰਿਆਂ ਦੇ ਜਿਹੜੇ ਦੱਸੇ ਹੋਏ ਨੇ ਮੈਂ ਸਮਝਦਾ ਕਿ ਨੁਕਸ ਹੈ ਜਾਂ ਕੋਈ ਐਲੀਗੇਸ਼ਨ ਤੁਸੀਂ ਫਰੇਮ ਕਰਨਾ ਜਾਂ ਉਹ ਦੱਸੇਗਾ ਜਦੋਂ ਨਿਊ ਕੈਂਡੀਡੇਟ ਜਾਏਗਾ ਪੁੱਛੇਗਾ ਪਿੰਡ ਵਾਲਿਆਂ ਨੂੰ ਵੀ ਤੁਹਾਡੀ ਕੀ ਮਸਲਾ, ਫਿਰ ਉਹਨੂੰ ਡਿਸਕਸ ਕਰਾਂਗੇ। ਫਿਰ ਅੱਗੇ ਦੇਖਾਂਗੇ ਕਿੰਨਾ ਸਮਾਂ ਮਿਲਦਾ 2.5 ਸਾਲਾਂ ਦੇ ਉਹਦੇ ਵਿੱਚ ਕਿੰਨੀਆਂ ਪ੍ਰੋਬਲਮ ਹੱਲ ਕਰਦੀਆਂ। ਇਹਦੇ ਨਾਲ ਸਾਰੀ ਰਿਜ਼ੈਂਟਮੈਂਟ ਹੈ ਵਰਕਰ ਦੇ ਵਿੱਚ। ਆਪਾਂ ਸਾਰਿਆਂ ਨੂੰ ਪਤਾ ਹੈ ਕੱਲ ਜਲਾਲਾਬਾਦ ਬਾਈ ਇਲੈਕਸ਼ਨ ਦੀ ਟਿਕਟ ਅਨਾਉਂਸ ਕਰ ਦਿੱਤੀ ਹੈ, ਸੋ ਕੋਈ ਘਬਰਾਉਣ ਦੀ ਲੋੜ ਨਹੀਂ। ਮੈਂ ਅੱਜ ਦਿੱਲੀ ਤੋਂ ਵਾਪਸ ਆ ਜਾਣਾ। ਆਪਾਂ ਸਾਰੇ ਇਕੱਠੇ ਹੋ ਕੇ ਇਕਮੁੱਠ ਹੋ ਕੇ ਜੋ ਤੁਹਾਡਾ ਸਾਰਿਆਂ ਦਾ ਫੈਸਲਾ ਹੋਊਗਾ ਉਹ ਜਲਾਲਾਬਾਦ ਦਾ ਫੈਸਲਾ ਹੋਊਗਾ, ਤੁਹਾਡਾ ਆਪਦਾ ਫੈਸਲਾ ਹੋਊਗਾ, ਮੇਰੇ ਲਈ ਸਿਰ ਮੱਥੇ ਹੋਊਗਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਅੰਮ੍ਰਿਤਸਰ ਦੇ ਲਵਕੁਸ਼ ਨਗਰ 'ਚ ਹੋਏ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰ ਨੇ ਮੰਗ ਕੀਤੀ ਕਿ ਉਹਨਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਪੁਤਲੀ ਘਰ ਨੇੜੇ ਲਵਕੁਸ਼ ਨਗਰ 'ਚ ਸੋਮਵਾਰ ਦੀ ਰਾਤ ਨੂੰ ਇੱਕ ਘਰ ਅੰਦਰ ਧਮਾਕਾ ਹੋਇਆ ਸੀ ਜਿਸ 'ਚ 2 ਲੋਕਾਂ ਦੀ ਮੌਤ ਅਤੇ 4 ਵਿਅਕਤੀ ਗੰਭੀਰ ਜ਼ਖਮੀ ਹੋਏ ਸਨ। ਘਰ 'ਚ ਪਟਾਕੇ ਦਾ ਕਵਾੜ ਰੱਖਿਆ ਹੋਇਆ ਸੀ ਜਿਸ ਕਾਰਨ ਇਹ ਧਮਾਕਾ ਹੋਇਆ। ਅੰਮ੍ਰਿਤਸਰ ਸ਼ਹਿਰ ਦੇ ਲਵਕੁਸ਼ ਨਗਰ ਦੇ ਵਿੱਚ ਬੀਤੀ ਰਾਤ ਇੱਕ ਘਰ ਦੇ ਵਿੱਚ ਜੋ ਬਲਾਸਟ ਹੋਇਆ ਸੀ ਉਸ ਦੇ ਵਿੱਚ ਜੋ 2 ਲੋਕ ਮਾਰੇ ਗਏ ਸਨ, ਰਤਨ ਲਾਲ ਤੇ ਰਵਿੰਦਰ ਸਿੰਘ, ਉਹਨਾਂ ਦੀ ਡੈੱਡ ਬੋਡੀ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਤਲੀਘਰ ਚੌਂਕ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਪੁਤਲੀਘਰ ਚੌਂਕ ਦੇ ਵਿੱਚ ਜੋ ਜਾਮ ਲਗਾਇਆ ਹੋਇਆ ਹੈ, ਡੈੱਡ ਬੋਡੀ ਰੱਖ ਕੇ ਚੱਕਾ ਜਾਮ ਕੀਤਾ ਹੋਇਆ ਹੈ। ਦੋਵੇਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਜਿਹੜੀ ਆ ਪੁਤਲੀਘਰ ਵਾਲੇ ਪਾਸੇ ਇੱਥੇ ਜਿਹੜੀ ਆ ਉਹ ਬੰਦ ਕੀਤੀ ਗਈ ਹੈ ਆਵਾਜਾਈ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਤਾਂ ਕਿ ਜਿਹੜੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਸਕੇ ਤੇ ਇਸ ਜਾਮ ਨੂੰ ਖੁਲਵਾਇਆ ਜਾ ਸਕੇ। ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਰਸਤੇ ਦੇ ਵਿੱਚ ਜਿਹੜੇ ਲੋਕ ਨੇ ਇਹਨਾਂ ਨੇ ਰੱਸੀਆਂ ਬੰਨ੍ਹ ਕੇ ਜਿਹੜਾ ਰਸਤਾ ਸੀ ਸਾਰੇ ਪਾਸੋਂ ਬੰਦ ਕੀਤਾ ਸੀਗਾ। ਇਹ ਮੇਨ ਰਸਤਾ ਹੈ ਜੋ ਅਟਾਰੀ ਨੂੰ ਜਾਂਦਾ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜੋ ਬਹੁਤ ਸਾਰੇ ਲੋਕ ਨੇ ਅਟਾਰੀ ਵਾਲੇ ਪਾਸੇ ਜਾਂਦੇ ਨੇ ਤਾਂ ਇਸ ਅੰਮ੍ਰਿਤਸਰ ਦੇ ਇੱਕ ਬਿਜ਼ੀ ਰੋਡ ਹੈ ਪੁਤਲੀ ਘਰ ਦਾ ਜੋ ਮੇਨ ਚੌਂਕ ਹੈ, ਕਾਫੀ ਬਿਜ਼ੀ ਚੌਂਕ ਹੈ। ਤੁਸੀਂ ਦੇਖ ਸਕਦੇ ਹੋ ਕਿ BRTS ਦੀਆਂ ਬੱਸਾਂ ਵੀ ਰੋਕੀਆਂ ਹੋਈਆਂ ਨੇ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਆ ਬ੍ਰੇਕ ਤੋਂ ਬਾਅਦ।
ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਿਵ ਸੈਨਾ ਤੇ ਬੀਜੇਪੀ ਵਿਚਾਲੇ ਸਥਿਤੀ ਜਿਹੜੀ ਤਣਾਅ ਵਾਲੀ ਬਣੀ ਹੋਈ ਹੈ। ਹਾਲੇ ਤੱਕ ਉਹਨਾਂ ਦਾ ਗੱਠਜੋੜ ਨਹੀਂ ਹੋਇਆ ਤੇ ਇਸੇ ਦੌਰਾਨ ਸ਼ਿਵ ਸੈਨਾ ਦਾ ਬਿਆਨ ਆਇਆ ਕਿ ਬੀਜੇਪੀ ਦੇ ਨਾਲ ਗੱਠਜੋੜ ਕਰਨਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਵੀ ਭਿਆਨਕ ਹੈ। ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਤਿਆਰੀਆਂ ਜ਼ੋਰਾਂ ਤੇ ਨੇ, ਜਿਸ ਦੇ ਲਈ ਬੀਜੇਪੀ ਅਤੇ ਸ਼ਿਵ ਸੈਨਾ 'ਚ ਵੀ ਸੀਟਾਂ ਦੀ ਵੰਡ ਨੂੰ ਲੈ ਕੇ ਹਾਲੇ ਤੱਕ ਵੀ ਅਟਕਲਾਂ ਬਣੀਆਂ ਹੋਈਆਂ ਨੇ। ਸ਼ਿਵ ਸੈਨਾ ਦੇ ਲੀਡਰ ਸੰਜੇ ਰਾਉਤ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਅਤੇ ਉਹਨਾਂ ਦੀ ਪਾਰਟੀ 'ਚ ਸੀਟਾਂ ਦੀ ਵੰਡ ਕਰਨਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਵੀ ਭਿਆਨਕ ਹੈ। ਮਹਾਰਾਸ਼ਟਰ 'ਚ ਵਿਧਾਨ ਸਭਾ ਦੀਆਂ 288 ਸੀਟਾਂ ਨੇ, ਜਿਸ ਤੇ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਾਮਜ਼ਦਗੀਆਂ 27 ਅਕਤੂਬਰ ਤੋਂ ਭਰੀਆਂ ਜਾਣਗੀਆਂ ਅਤੇ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। कि गठबंधन के बारे में ज़्यादा चिंता मीडिया में है, हमको नहीं है, ना बीजेपी को है ना हमको है। अगर हमको चिंता नहीं है, हम रिलैक्स है, तो आप सब लोगों को रिलैक्स होना चाहिए। मुख्यमंत्री जी ने कहा है कि गठबंधन की चिंता जितनी उनको है उतनी हमको भी है, और दोनों पार्टी के प्रमुख लोग सीट शेयरिंग के बारे में सकारात्मक चर्चा कर रहे हैं और जो भी निर्णय है आज या कल आपको बता दिया जाएगा। 24 घंटे की बात आपने कही, 24 घंटे का अल्टीमेटम नहीं था, 24 घंटे अहम है कहा था, क्योंकि बहुत ही आखिरी दौर तक की चर्चा आई है। अब हो जाएगा, इतना बड़ा महाराष्ट्र है, 288 सीटों का बंटवारा करना है। हाँ, ये बंटवारा करना जो है 228 सीट का, वो भारत पाकिस्तान के बंटवारे से भी भयंकर है। सर आपने कहा कि 2014 में हमने यूटी की थी, हमारी गलती थी जो विधानसभा के मैंने चुनाव ऐसा नहीं कहा था। आपकी निजी राय आपने ये कहा। मैंने ये नहीं कहा था कि यूटी नहीं थी। हमने ये कहा था कि अगर हम सरकार में शामिल नहीं होते और अपोजिशन में बैठते तो आज का नज़ारा अलग होता। एक प्रमुख विरोधी पक्ष होता है अपोजिशन, उसको जनता पर्याय के रूप में देखती है। सर ਅਮਰੀਕਾ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਵਰਸਲ ਹੈਲਥ ਕਵਰੇਜ ਦੀ ਇੱਕ ਉੱਚ ਪੱਧਰੀ ਬੈਠਕ 'ਚ ਹਿੱਸਾ ਲਿਆ। ਇਸ ਦੌਰਾਨ ਪੀਐਮ ਮੋਦੀ ਨੇ ਦਾਅਵਾ ਕੀਤਾ ਹੈ ਕਿ ਅਸੀਂ ਯੋਗ, ਆਯੁਰਵੇਦ ਅਤੇ ਫਿਟਨੈਸ ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਾਂ ਅਤੇ ਭਾਰਤ 'ਚ ਕੇਂਦਰ ਸਰਕਾਰ ਨੇ 1 ਲੱਖ ਤੋਂ ਵੱਧ ਵੈਲਨੈਸ ਸੈਂਟਰ ਬਣਾਏ ਨੇ। हमने योग, आयुर्वेद और फिटनेस पर विशेष बल दिया है। हम 1.25 लाख से अधिक वेलनेस सेंटर बना रहे हैं। इससे लाइफस्टाइल डिसीज जैसे डायबिटीज, ब्लड प्रेशर, डिप्रेशन आदि को नियंत्रण में मदद मिल रही है। ई सिगरेट का बढ़ता हुआ क्रेज बहुत ही चिंता का विषय है। भारत ने युवा पीढ़ी को इस गंभीर संकट से बचाने के लिए ई सिगरेट को बैन कर दिया है। हमने विश्व की सबसे बड़ी हेल्थ एश्योरेंस योजना आयुष्मान भारत को लागू किया है। इसके तहत 500 मिलियन गरीबों को प्रति वर्ष 500,000 रुपये तक मुफ्त इलाज की सुविधा दी जा रही है और पिछले सिर्फ 1 वर्ष में 4.5 मिलियन लोगों ने इसका लाभ उठाया है। ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਮਸਲੇ ਤੇ ਅਮਰੀਕਾ ਦੀ ਸ਼ਮੂਲੀਅਤ ਦੀ ਮੰਗ ਦਾ ਭਾਰਤ ਨੇ ਵਿਰੋਧ ਕੀਤਾ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਹਾਊਡੀ ਮੋਦੀ ਸਮਾਗਮ ਕਰਵਾਉਣਾ ਜ਼ਰੂਰੀ ਸੀ, ਪਰ ਜੰਮੂ ਕਸ਼ਮੀਰ ਤੇ ਭਾਰਤ ਦੀ ਗੱਲ ਸਪਸ਼ਟ ਕਰਨਾ ਇਹ ਪ੍ਰਧਾਨ ਮੰਤਰੀ ਨੇ ਜ਼ਰੂਰੀ ਨਹੀਂ ਸਮਝਿਆ, ਜਿਸ ਤੋਂ ਬਾਅਦ ਬੀਜੇਪੀ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ ਹੈ। भारत की स्थापित विदेश नीति है और राष्ट्र नीति भी है कि कश्मीर के संदर्भ में यह हमारा पूरी तरह आंतरिक प्रकरण है। कश्मीर का इंच इंच, जर्रा जर्रा हिंदुस्तान का हिस्सा है। अगर कहीं कोई विवाद हो या कोई प्रश्न उठे तो वो पारस्परिक दोनों देशों के बीच में सुलझाया जाना है। कश्मीर की बात अलग है, उसका अगर कोई वार्ता हो सकती है तो उस हिस्से की हो सकती है जो बलपूर्वक पाकिस्तान ने कब्जा कर रखा है, पाक अधिकृत कश्मीर, उस पर वार्ता हो सकती है। जहां तक सवाल कश्मीर का है, कश्मीर भारत का अंग है, रहेगा। मुझे समझ में नहीं आता हमारे प्रधानमंत्री जी इतना बड़ा कार्यक्रम हाउडी मोदी करके आते हैं, मिलके भी आते हैं ट्रम्प साहब से और कहते हैं कि हमारे बड़े व्यक्तिगत और अच्छे संबंध,
उसके बाद ये बात उन्हें बहुत दृढ़तापूर्वक कहनी होगी कि कश्मीर में किसी तीसरे की मध्यस्थता हमें मंजूर नहीं। कि आतंकवाद के ढेर पर खड़े होकर के अमन का ढोंग नहीं चलता। आज पूरी दुनिया के सामने आतंकवाद का गैंगस्टर कौन है ये पूरी तरह से एक्सपोज भी हो चुका है और ऐसा आतंकवाद का गैंगस्टर आइसोलेट भी हुआ है। इसलिए सबसे पहले तो उन्हें आतंकवाद की जो फैक्ट्री चल रही है उस फैक्ट्री में जो उत्पादन हो रहा है वो आतंकवादियों का हो रहा है। वो जाने अनजाने में इसका कबूलनामा भी सुनाई पड़ता है उनकी तरफ से। ਦੇਸ਼ 'ਚ ਵੱਧ ਰਹੀਆਂ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਅੱਖਾਂ 'ਚੋਂ ਹੰਝੂ ਕੱਢ ਦਿੱਤੇ ਨੇ। ਉੱਤਰ ਭਾਰਤ ਤੋਂ ਲੈ ਕੇ ਦੱਖਣ ਤੱਕ ਵਧੇ ਰੇਟਾਂ ਦੀ ਮਾਰ ਲੋਕਾਂ ਨੂੰ ਸਹਿਣ ਕਰਨੀ ਪੈ ਰਹੀ ਹੈ। ਵਪਾਰੀ ਵਧੀਆਂ ਕੀਮਤਾਂ ਦਾ ਕਾਰਨ ਮੀਂਹ ਦੱਸ ਰਹੇ ਨੇ, ਜਿਸ ਕਾਰਨ ਪਿਆਜ਼ ਦੀਆਂ ਕੀਮਤਾਂ 50 ਤੋਂ ਪਾਰ ਹੋ ਚੁੱਕੀਆਂ ਨੇ। ये अभी पहले था 20 रुपया 30 रुपये किलो था। अभी बारिश की वजह से माल कम आ रहा है, 50 रुपया 60 रुपये किलो हो रहा है। और नया प्याज आना और अभी नया चालू हुआ है वो भी रेट ज़्यादा हो रहा है। अभी 2 महीना 3 महीना रेट ज़्यादा ही रहता है, उसके बाद कम होता रेट। अभी ये महाराष्ट्र का आ रहा है एंड होना, एंड हो गया और ये नवा प्याज पिका तो जब कम होता रेट। उधर बारिश फुल है इसलिए माल कम आ रहा। 2000-2500 रुपये मूठा हो गया। 50-40-50 रुपये उधर बोलता है किधर है पूना में, इधर आके 50 पर 5 में 50 में दरा हमारे को। हमने डैमेज पूरा निकाल के पाक करके पूरा बेचा तो 60 रुपये बेच रहा। व्यापार कम है, व्यापार नहीं। ग्राहक लोग बहुत यह है 1 किलो में लेता, पहले 2 किलो 3 किलो 5 किलो लेता, अब 1 किलो पूछता है, आधा किलो पूछता है। हमारे को कुछ भी नहीं जमता है। बिजनेस कम है, कम व्यापार कम है। जो 10 रुपया 20 रुपये किलो था फास्ट था व्यापार, अभी 50-60 हुआ बोला तो आधा किलो 1 किलो लेता है। हमारे को बिजनेस कम है और माल उधर नहीं मिल रहा, माल बहुत डिमांड से आ रहा है बारिश की वजह से ये सब हो रहा। 2 दिन पहले हम 20 रुपये 30 रुपये केजी में लेता, 60 रुपये केजी है। क्यों ऐसा होता कुछ मालूम नहीं पड़ेगा। या बिजनेसमैन का मिस्टेक है, फार्मर का मिस्टेक है, या कुछ क्लाइमेट का मिस्टेक है, कुछ भी समझ में नहीं जा रहा है। क्या बोले तो ये क्यों हो रहा है, एक स्टैंडर्ड नहीं कौन सा भी। अभी 2 महीने के पास 15 रुपये 10 रुपये में केजी मिल रहा था। अभी अच्छा प्याज है कि 20 रुपये में मिल रहा था, अभी 60 रुपये बोले तो खाने के लिए बहुत मुश्किल हो गया। प्याज बिना कुछ ये नहीं होता खाने के लिए। बहुत क्या हो रहा है। गवर्नमेंट भी इसका एक्शन लेना पड़ेगा और फार्मर्स भी थोड़ा क्लाइमेट का भी ये करना पड़ेगा, बिजनेस में भी थोड़ा देख के सेल करना पड़ेगा। सबके लिए अच्छा होगा। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੈਨੇਡਾ 'ਚ ਫੈਡਰਲ ਚੋਣਾਂ ਨੂੰ ਲੈ ਕੇ ਜਿੱਥੇ ਦਿਨ ਲਗਾਤਾਰ ਘਟਦੇ ਜਾ ਰਹੇ ਨੇ ਤਾਂ ਉੱਥੇ ਹੀ ਸਿਆਸੀ ਜਿਹੜਾ ਪ੍ਰਚਾਰ ਉਹ ਵੀ ਵੱਧਦਾ ਜਾ ਰਿਹਾ ਹੈ। ਤਿੰਨੇ ਮੁੱਖ ਪਾਰਟੀਆਂ ਵੱਲੋਂ ਲੋਕਾਂ ਦੇ ਨਾਲ ਵੱਖ-ਵੱਖ ਵਾਅਦੇ ਕੀਤੇ ਜਾ ਰਹੇ ਨੇ। ਕੈਨੇਡਾ 'ਚ ਫੈਡਰਲ ਚੋਣਾਂ ਦੇ ਲਈ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਚੁੱਕਿਆ, ਇਸ ਲਈ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ 'ਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਕੈਨੇਡਾ ਦੀਆਂ 3 ਮੁੱਖ ਸਿਆਸੀ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੈਟਿਕ ਵੱਲੋਂ ਵੋਟਰਾਂ ਨੂੰ ਲੁਭਾਉਣ ਦੇ ਲਈ ਕਈ ਅਹਿਮ ਵਾਅਦੇ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਾਅਵਾ ਹੈ ਕਿ ਦੁਬਾਰਾ ਸਰਕਾਰ ਬਣਨ ਤੇ ਉਹ ਮੁੱਢਲੀ ਸਿਹਤ ਸੁਰੱਖਿਆ ਨੂੰ ਹੋਰ ਯਕੀਨੀ ਅਤੇ कारगर बनाउणगे ਅਤੇ ਨਾਲ ਹੀ ਮਾਨਸਿਕ ਇਲਾਜ ਦੇ ਲਈ ਸਰਕਾਰ ਨਿਵੇਸ਼ ਨੂੰ ਵਧਾਏਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਮੋਬਾਈਲ ਬਿੱਲ ਵੀ ਇੱਕ ਮਸਲਾ ਹੈ ਤੇ ਸਰਕਾਰ ਬਣਨ ਤੇ ਇਸ 'ਚ ਵੀ ਕਟੌਤੀ ਕੀਤੀ ਜਾਵੇਗੀ। We have been and are going to continue to make significant investments in expanding rural and northern broadband coverage. We know that all Canadians need to have access to the internet and to cellular service if they are going to survive and thrive in this new economy. But we also know that Canadians pay too much for their cell phone bills. That is why we are going to engage with companies so that they reduce by 25% their bills, their fees over the next 2 years. And we will strengthen and bring in further competition into the market if they are unable to achieve that. We know that greater competition will reduce prices, and we're going to use the levers we need to use to make sure that families can afford their cell phone bills. What we're not going to do is lower taxes for the wealthiest and cut taxes for big polluters. That's what the Conservatives are going to do. We're going to invest in families, and we're going to move forward for everyone.
On va faire de grandes annonces sur l'environnement cette semaine. Nous reconnaissons à quel point c'est essentiel d'avoir un plan pour combattre les changements climatiques, pas seulement pour les familles, pas seulement pour l'avenir, mais pour l'économie aussi. Les conservateurs veulent encore donner des réductions d'impôts pour les 1% et pour les grands pollueurs. Nous allons investir dans les familles. Et en termes de présence, allez-vous à l'ONU cette semaine à l'Assemblée générale sur le climat et vendredi, allez-vous être dans les rues de Montréal avec Greta Thunberg? Nous n'irons pas aux Nations unies pendant une campagne électorale. On va rester au Canada pour parler avec les Canadiens et pour parler du choix très important qui va être fait. Mais oui, je vais participer à les actions sur le climat cette semaine. Okay. We will not be going to the United Nations during an election campaign. We're going to be talking with Canadians about our plan to fight climate change and to invest in the future of our kids and grandkids. Unlike the Conservatives who don't believe in pricing pollution, who want to lower taxes for the 1% and the biggest polluters, we are going to invest instead in a stronger future for Canadians and their families. I will be making large announcements and participating in many events for the environment this week. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਂਡਰੂ ਸ਼ੇਰਸ ਨੇ ਕਿਹਾ ਕਿ ਸਾਬਕਾ ਫੌਜੀਆਂ ਨੂੰ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਰਕਾਰ ਬਣਨ ਤੇ ਉਹਨਾਂ ਨੂੰ ਵਿਸ਼ੇਸ਼ ਭੱਤੇ ਦਿੱਤੇ ਜਾਣਗੇ। ਨਾਲ ਹੀ ਐਂਡਰੂ ਸ਼ੇਰਸ ਨੇ ਕਿਹਾ ਕਿ ਆਮ ਲੋਕਾਂ ਨੂੰ ਸਸਤੀਆਂ ਮੋਟਰ ਗੇਜਾਂ ਦਿੱਤੀਆਂ ਜਾਣਗੀਆਂ ਤਾਂ ਜੋ ਲੋਕ ਜਲਦ ਘਰ ਖਰੀਦ ਸਕਣਗੇ। They require new investment, but even more importantly, they required new priorities. Our military heroes are worth it. When we look out for our heroes, we are looking out for the people who dedicated their lives to looking out for us. My message to veterans is that it's time you had a government that stood up for you, and a government that helps you get ahead. We'll put more money back in Canadians' pockets with a universal tax cut, which will apply to the pensions veterans receive as well. We will increase the age credit to $1,000, remove the GST from home heating, and get rid of the carbon tax that hurts seniors the most. Justin Trudeau has disrespected and ignored veterans for long enough. That comes to an end on October 21st. Thank you very much. Merci beaucoup. Happy to take your questions. Well, what we're doing with this is changing the culture within the government, ensuring that everyone who's working in departments that have that relate to veteran services understands the special bond and the special obligation that the government has to those who wore the uniform for us and who put their lives on the line. That starts with this type of covenant, and that the practical changes that we're also making flows from that, and it's an important first step to ensure that the departments are there to serve the people who served our country. Well, I will represent Canada with dignity and professionalism abroad. I will ensure that Canada's interests are always protected and defended, that Canadians are protected and defended. We have a situation where 2 Canadians are being detained in China illegally, and Justin Trudeau has done virtually nothing about that. I will also, as Prime Minister, promote the types of policies and the type of culture of inclusiveness, tolerance, and equality, and ensure that people from around the world know that Canada is a bastion of freedom and equality for everyone. ਐਨਡੀਪੀ ਦੇ ਉਮੀਦਵਾਰ ਜਗਮੀਤ ਸਿੰਘ ਨੇ ਵੋਟਰਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਸਾਡੀ ਸਰਕਾਰ ਆਉਣ ਤੇ ਫ੍ਰੀ ਡੈਂਟਲ ਕੇਅਰ ਦਿੱਤੀ ਜਾਵੇਗੀ ਅਤੇ ਨਾਲ ਹੀ ਛੋਟੇ ਵਪਾਰੀਆਂ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਦੇ ਲਈ ਪ੍ਰੋਟੈਕਸ਼ਨ ਪਲਾਨ ਵੀ ਤਿਆਰ ਕੀਤਾ ਜਾਵੇਗਾ। What we're announcing today is to respond to some of the concerns that we've heard today. We've heard from business owners, we've heard from a homeowner whose home has been impacted by the floods. And we know that climate change is real, its impact is real, and it's hurting people, it's hurting families. Things as precious as your home or your business are being impacted. So what we're proposing is, instead of avoiding the reality of increasing extreme weather, which means more and more floods, and just hoping it won't happen, we know that this is happening more and more. So what we're proposing today is to increase the fund that currently exists to $2.5 billion additional funding to make sure cities have the ability to put in place changes and investments in their infrastructure to avoid damages. There is infrastructure investments that can avoid what happened here in Noche Maya and Luis's business. There's infrastructure investments that can avoid the damage that happened to Annie's home. We're saying we need to make those investments right away. The broad criteria, easy to access fund that can avoid these problems. Yes, so we understand that that's a very difficult decision for a family to make.
to have to leave their home, the place that they cherish and the place that they're so connected to. What we want to do is work with provinces to help out families, make sure they get the supports they need. You've highlighted a big concern, the fact that that amount may not cover the mortgage, may not cover a family who wants to actually move and realizes that they have to move. And so we're prepared to work with the municipalities to figure out and work with the province to figure out a way for us to help out. ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ। ਦੇਸ਼ ਤੇ ਦੁਨੀਆ ਦੀ ਹਰ ਵੱਡੀ ਖਬਰ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।